ਹੁਣ ਤਾਂ ਬੇਸ਼ੱਕ ਲੱਖ ਸੋਨੇ ਦੀ ਪਾਰਟੀ ਬਣ ਜੇ, ਬਹੁਮਤ ਜਿਹੜੇ ਪੰਜਾਬ ਦੇ ਕਿਸਾਨ ਹੈ ਉਹ ਬੀਜੇਪੀ ਤੇ ਨਹੀਂ ਵਿਸ਼ਵਾਸ ਕਰ ਪਾਉਣਗੇ। ਭਾਜਪਾ ਸਰਕਾਰ ਜੋ ਕਹਿੰਦੀ ਉਹ ਕਰਕੇ ਦਿਖਾਉਂਦੀ ਔਰ ਲੋਕਾਂ ਨੂੰ ਇਹ ਪਤਾ ਹੈ, ਇਸ ਲਈ 2022 ਦੇ ਵਿੱਚ ਬਹੁਮਤ ਦੇ ਨਾਲ ਬੀਜੇਪੀ ਦੀ ਸਰਕਾਰ ਪੰਜਾਬ ਵਿੱਚ ਆਈ। ਵਿਰੋਧੀ ਪਾਰਟੀਆਂ ਵੀ ਐਲੀਗੇਸ਼ਨ ਲਾਉਂਦੀਆਂ ਨੇ ਕਿਤੇ ਬੀਜੇਪੀ ਜਿਹੜੀ ਈਵੀਐਮ ਮਸ਼ੀਨਾਂ ਨਾਲ ਉਹਦੇ ਨਾਲ ਤਾਂ ਨਹੀਂ ਕਦੇ ਸੈਟਿੰਗ ਕਰ ਰਹੀ। ਜਦੋਂ ਇਹਨਾਂ ਨੂੰ ਲੱਗਦਾ ਹੈ ਨਾ, ਜਦੋਂ ਹੁਣ ਬੀਜੇਪੀ ਜਿੱਤਣ ਵਾਲੀ ਹੈ, ਉਦੋਂ ਇਹਨਾਂ ਨੂੰ ਈਵੀਐਮ ਕਿਉਂ ਯਾਦ ਆਉਂਦੀ? ਕੁਰਸੀਆਂ ਵੱਧ ਲਵਾਤੀਆਂ, ਜਿਹੜੇ ਹੈਗੇ ਲੋਕ 500-700 ਪਹੁੰਚੇ, ਜਾਣ ਬੁੱਝ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਪਸ ਚਲੇ ਗਏ। ਜਿਹੜਾ ਠੂਣਾ ਉਹ ਕਿਸਾਨਾਂ ਤੇ ਫੋੜਤਾ। और कांग्रेसी गुंडे सीगे, ओपोजिशन कुछ शरारती तत्व सीगे जिन्हां ने वो रास्ता रोकया गया। ते कांग्रेस वाले ने काली ते इल्जाम डालते, काली ने कांग्रेस ते ला दे, फिर विच विचाले आप झाड़ू लेके फिरदी पई, आप कहती मैं 1000 रुपया दूँ, फिर कांग्रेस बोलती है मैं 2-2000 दूँ, सिद्धू साहब आ जाते मैं स्कूटरियाँ दूँ। मतलब इन्होंने समझ की रखा। बीजेपी हुण गल्लां करदी है, ਇਹਨਾਂ ਨੇ ਪਹਿਲਾਂ ਕਿਸਾਨਾਂ ਲਈ ਕੁਝ ਨਹੀਂ ਕੀਤਾ, ਪਹਿਲਾਂ 10 ਸਾਲ ਤੋਂ ਤੁਸੀਂ ਸੱਤਾ ਦੇ ਵਿੱਚ ਰਹੋ, ਕੀਤਾ ਦੇਸ਼ ਲਈ ਕੁਝ ਨਹੀਂ। ਸਾਰੇ ਜਿਹੜੀਆਂ ਮੂਰਤੀਆਂ ਬਣਾਉਂਦੀਆਂ, ਪੰਜਾਬ ਦਾ ਕੀ ਸੰਵਾਰਨਗੇ? ਇਹਨਾਂ ਨੇ ਜੋ ਪੰਜਾਬ ਦਾ ਹਾਲ ਕੀਤਾ ਹੈ, ਨਸ਼ੇ ਦਾ, ਬੇਰੁਜ਼ਗਾਰੀ ਦਾ, ਨੌਜਵਾਨ ਬੱਚੇ ਬੱਚੀਆਂ ਤੇ ਅਗਰ ਮਹਿਲਾਵਾਂ ਦੀ ਤੇ ਸੇਫਟੀ ਦੀ ਗੱਲ ਕਰਾਂ, ਲੋ ਐਂਡ ਆਰਡਰ ਫੇਲ ਹੋ ਗਿਆ ਇਹਨਾਂ ਦਾ। ਭਾਜਪਾ ਦਾ ਕੋਈ ਕਹਿੰਦੇ ਇੱਥੇ ਵਿਗਲ ਹੀ ਨਹੀਂ ਹੈਗਾ, ਵੈਸੇ ਹੀ ਇਹਨਾਂ ਨੂੰ ਤਾਂ ਕਹਿੰਦੇ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣੀਆਂ ਨੇ ਜੀ। ਕਾਂਗਰਸ ਦਾ ਆਧਾਰ ਨਹੀਂ ਹੈਗਾ, ਰਾਣਾ ਸੋਢੀ ਜੀ ਵਰਗੇ, ਸਰਸਾ ਵਰਗੇ ਪਾਰਟੀਆਂ ਛੱਡ ਕੇ ਸਾਰੇ ਬੀਜੇਪੀ 'ਚ ਚਲੇ ਗਏ ਆ। ਮੈਨੂੰ ਤਾਂ ਲੱਗਦਾ ਪਾਰਟੀ 'ਚ ਆਪਦਾ ਹੀ ਨਹੀਂ ਆਧਾਰ ਰਿਹਾ, ਪਾਰਟੀ ਆਪ ਹੀ ਖਤਮ ਹੋ ਰਹੀ। ਬਠਿੰਡਾ ਦੇਖੋ, ਪਹਿਲਾਂ ਵੀ ਡੁੱਬਦਾ ਸੀ, ਕਾਲੀ ਬੈਠੇ ਸੀ, ਔਰ ਜਦੋਂ ਕਾਂਗਰਸੀ ਆ ਗਏ ਉਦੋਂ ਵੀ ਡੁੱਬਦਾ। ਕੀ ਹੱਲ ਕੀਤਾ ਇਹਨਾਂ ਨੇ? ਅੰਦਰ ਖਾਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਜਿਹੜਾ ਹੈਗਾ ਬੀਜੇਪੀ ਦੀ ਅੰਡਰਸਟੈਂਡਿੰਗ ਹੈਗੀ ਹੈ, ਰਲ ਕੇ ਸਰਕਾਰ ਬਣਾਉਣ ਨੂੰ ਫਿਰਦੇ ਨੇ। ਜਦੋਂ ਇਹਨਾਂ ਨੇ ਨਾਲ ਖੜਨਾ ਸੀ ਉਦੋਂ ਖੜੇ ਨਹੀਂ, ਉਦੋਂ ਉੱਥੇ ਅਸਤੀਫੇ ਪਾ ਕੇ ਸਰਕਾਰ ਤੋਂ ਅਲੱਗ ਹੋ ਗਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਓਪੀਨੀਅਨ ਜਾਣੀ ਕਿ ਲੋਕ ਰਾਏ ਟੀਵੀ। ਮੈਂ ਹਾਂ ਪਰਮਿੰਦਰ ਸਿੰਘ। 2022 ਦੀਆਂ ਵਿਧਾਨ ਸਭਾ ਦਾ ਚੋਣਾਂ ਦਾ ਵਿਗਲ ਵੱਜ ਚੁੱਕਿਆ। ਤਕਰੀਬਨ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ, ਪਰ ਜੇ ਗੱਲ ਕਰੀਏ ਬੀਜੇਪੀ ਦੀ ਤਾਂ ਭਾਜਪਾ ਨੇ ਇੱਕ ਵੀ ਆਪਣਾ ਉਮੀਦਵਾਰ ਹਜੇ ਨਹੀਂ ਐਲਾਨਿਆ। ਤਾਂ ਕੱਲ ਬੀਜੇਪੀ ਦਾ ਵਫਦ ਚੋਣ ਕਮਿਸ਼ਨ ਨੂੰ ਮਿਲ ਕੇ ਆਇਆ ਕਿ ਇੱਕ ਹਫ਼ਤੇ ਲਈ ਵੋਟਾਂ ਲੇਟ ਕੀਤੀਆਂ ਜਾਣ। ਤਮਾਮ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਭਾਜਪਾ ਦੇ ਸੀਨੀਅਰ ਲੀਡਰ ਮੈਡਮ ਵੀਨੂ ਗੋਇਲ ਨੇ ਗੱਲਬਾਤ ਕਰਾਂਗੇ। ਮੈਡਮ ਜੀ, ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਲੋਕ ਓਪੀਨੀਅਨ ਟੀਵੀ। ਲੋਕ ਓਪੀਨੀਅਨ ਟੀਵੀ ਦਾ ਸਭ ਦਾ, ਸਾਰੇ ਦਰਸ਼ਕਾਂ ਦਾ, ਸਰੋਤਾਵਾਂ ਦਾ ਸਭ ਦਾ ਬਹੁਤ ਬਹੁਤ ਸਵਾਗਤ ਹੈ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੈ ਸ਼੍ਰੀ ਰਾਮ। ਕਾਰਨ ਕੀ ਹੈ, ਕਿਉਂ ਜਿਹੜੀਆਂ ਚੋਣਾਂ ਲੇਟ ਹੋ ਰਹੀਆਂ ਨੇ? ਤੁਸੀਂ ਇੱਕ ਵੀ ਆਪਦਾ ਉਮੀਦਵਾਰ ਨਹੀਂ ਐਲਾਨਿਆ। ਦੇਖੋ, ਜਿਹੜੀਆਂ ਚੋਣਾਂ ਲੇਟ ਹੋ ਰਹੀਆਂ ਇਹ ਤਾਂ ਕੁਛ ਜਿਵੇਂ ਆਪਣੇ ਰਵਿਦਾਸ ਜਯੰਤੀ ਆ ਰਹੀ ਸੀ, ਅਤੇ ਹੁਣ ਤੁਸੀਂ ਅੱਜ ਚੈਨਲ 'ਤੇ ਵੀ ਮੈਂ ਦੇਖ ਰਹੀ ਸੀ ਕਿ ਹੁਣ 20 ਤਰੀਕ ਹੈ ਜਿਹੜੀ ਫਾਈਨਲ ਹੋ ਗਈ। ਬਾਕੀ ਰਹੀ ਭਾਜਪਾ ਦੇ ਉਮੀਦਵਾਰ ਐਲਾਨਣ ਦੀ ਗੱਲ, ਤਾਂ ਦੇਖੋ ਇਹ ਬੜੀ ਹੀ ਇੱਕ ਵੱਡੀ ਨੈਸ਼ਨਲ ਪਾਰਟੀ ਹੈ। ਇਹ ਇੱਕ ਕੋਈ ਪਰਿਵਾਰਿਕ ਜਾਂ ਕੋਈ ਇੱਕ ਤਬਕੇ ਦੀ ਪਾਰਟੀ ਨਹੀਂ ਹੈ ਕਿ ਤੁਸੀਂ ਜਿਵੇਂ ਦੇਖੋ ਕਾਂਗਰਸ ਪਾਰਟੀ 'ਚ ਕੀ ਹੁੰਦਾ ਕਿ ਇੱਕ ਦਿਨ ਦੇ ਵਿੱਚ 3 ਮੁੱਖ ਮੰਤਰੀਆਂ ਦੇ ਨਾਮ ਆਉਂਦੇ ਆ, ਅੱਜ ਇਹ ਬਣ ਰਿਹਾ ਜੀ, ਕੱਲ੍ਹ ਇਹ ਬਣ ਰਿਹਾ ਜੀ, ਫਿਰ ਲਾਸਟ 'ਚ ਆ ਕੇ ਚੰਨੀ ਸਾਹਿਬ ਦਾ ਫਾਈਨਲ ਹੁੰਦਾ, ਤਿੰਨੇ ਘਰਾਂ 'ਚ ਢੋਲ ਵੱਜਦੇ ਆ, ਖੁਸ਼ੀਆਂ ਵੰਡੀਆਂ ਜਾਂਦੀਆਂ, ਲਾਸਟ 'ਚ ਆ ਕੇ ਚੰਨੀ ਜੀ ਦੇ ਨਾਮ ਐਲਾਨਾ ਹੁੰਦਾ। ਅਤੇ ਇਸ ਕਰਕੇ ਇਸ ਪਾਰਟੀ ਦੇ ਵਿੱਚ ਬੜੀ ਸੂਝ-ਬੂਝ ਦੇ ਨਾਲ ਡਿਸਟ੍ਰਿਕਟ ਲੈਵਲ 'ਤੇ, ਫਿਰ ਸਟੇਟ ਲੈਵਲ 'ਤੇ, ਉਸ ਤੋਂ ਬਾਅਦ ਨੈਸ਼ਨਲ ਲੈਵਲ 'ਤੇ ਅਲੱਗ-ਅਲੱਗ ਪਲੈਨਿੰਗ ਬੋਰਡ ਬਣਦੇ ਆ, ਫਿਰ ਉਹਨਾਂ ਦਾ ਸਰਵੇ ਚੱਲਦਾ, ਉਸ ਤੋਂ ਬਾਅਦ ਫਾਈਨਲ ਹੁੰਦਾ ਕਿਤੇ ਜਾ ਕੇ ਨਾ। ਗੱਲ ਕਰਾਂ ਤਾਂ ਹੁਣ ਦੇਖੋ ਰਵਿਦਾਸ ਦਾ ਲੈ ਕੇ ਵੀ 8 ਦਿਨ ਜਿਹੜੀਆਂ ਚੋਣਾਂ ਲੇਟ ਕੀਤੀਆਂ ਗਈਆਂ, ਫਿਰ ਕੋਵਿਡ ਕਰਕੇ ਨਾ ਚੋਣਾਂ ਲੇਟ ਹੋ ਜਾਣ। ਕਿਤੇ ਨਾ ਕਿਤੇ ਲੱਗਦਾ ਨਾ ਭਾਜਪਾ ਆਪਦੇ ਉਮੀਦਵਾਰ ਐਲਾਨਣ ਦੇ ਵਿੱਚ ਲੇਟ ਹੋ ਰਹੀ ਹੈ, ਤਾਂ ਕੋਈ ਨਵੀਂ ਸਟ੍ਰੈਟਜੀ ਲੈ ਕੇ ਆਊਗੀ। ਦੇਖੋ, ਜਿਹੜੇ ਇਹ ਚੋਣ ਲੇਟ ਹੋਣ ਦੀ ਗੱਲ ਤੁਸੀਂ ਕਰ ਰਹੇ ਹੋ, ਮੈਂ ਅੱਜ ਦੇਖ ਰਹੀ ਸੀ, ਤੁਸੀਂ ਵੀ ਤੁਹਾਡੇ ਚੈਨਲ ਰਾਹੀਂ ਵੀ ਦਿਖਾਇਆ ਜਾ ਰਿਹਾ ਕਿ ਇਹ ਚਿੱਠੀ ਕਾਂਗਰਸ ਸਰਕਾਰ ਨੇ ਵੀ ਲਿਖੀ ਹੈ ਔਰ ਦੂਸਰੀ ਪਾਰਟੀਆਂ ਨੇ ਵੀ ਲਿਖੀ ਹੈ ਕਿ ਇਹਨਾਂ ਨੂੰ ਕੁਝ ਖਾਸ ਛੁੱਟੀਆਂ ਕਰਕੇ ਚੋਣ ਲੇਟ ਕੀਤੀ ਜਾਵੇ। ਗੱਲ ਰਹੀ ਪ੍ਰਤਿਆਸ਼ੀ ਲੇਟ ਨਹੀਂ ਹੋ ਰਹੇ, ਇੱਕ ਦੋ ਦਿਨਾਂ ਦੇ ਅੰਦਰ ਤੁਹਾਡੇ ਸਾਹਮਣੇ ਆ ਜਾਏਗਾ, ਔਰ ਹਜੇ ਕਾਫੀ ਟਾਈਮ ਪਿਆ, 21 ਤੋਂ 28 ਤੱਕ ਲੇਟ ਕਾਫੀ ਡੇਟ ਪਈਆਂ ਜਦੋਂ ਨਾਮਾਂਕਨ ਭਰਨੇ ਹੈਗੇ। ਕੀ ਲੱਗਦਾ ਤੁਹਾਨੂੰ ਬਹੁਮਤ ਮਿਲ ਜੂਗੀ? ਕਿਉਂਕਿ ਕਿਸਾਨ ਕਹਿੰਦੇ ਆ, ਜਿਹੜੇ ਭਾਜਪਾ ਕਿਸਾਨ ਅਤੈਸ਼ੀ ਪਾਰਟੀ ਨਹੀਂ, ਕਿਸਾਨਾਂ ਦੇ ਹਮੇਸ਼ਾ ਇਹਨਾਂ ਨੇ ਪਿੱਠ 'ਤੇ ਵਾਰ ਕੀਤਾ। ਬੇਸ਼ੱਕ ਜਿਹੜੇ ਕਾਲੇ ਕਾਨੂੰਨ ਸੀ ਉਹਨਾਂ ਨੂੰ ਰੱਦ ਕਰਵਾਇਆ ਕਿਸਾਨਾਂ ਨੇ, 1.5 ਸਾਲ ਉੱਥੇ ਧਰਨੇ 'ਤੇ ਬੈਠੇ। ਦੇਖੋ, ਕਿਸਾਨਾਂ ਦੀ ਪਿੱਠ 'ਤੇ ਵਾਰ ਨਹੀਂ ਕੀਤਾ। ਕਿਸਾਨਾਂ ਜੋ ਵੀ ਇਹ ਪਾਰਟੀਆਂ ਪ੍ਰੈਜੈਂਟ ਹੈਗੀਆਂ ਸੀ, ਚਾਹੇ ਉਹ ਅਕਾਲੀ ਦਲ ਸੀ, ਚਾਹੇ ਉਹ ਕਾਂਗਰਸ ਸਰਕਾਰ ਸੀ, ਔਰ ਜਿਹੜੀ ਅਕਾਲੀ ਦਲ ਹੈ ਉਹਨਾਂ ਨੇ ਖੁਦ ਉਹਨਾਂ ਦੇ ਨੁਮਾਇੰਦਿਆਂ ਨੇ ਉੱਥੇ ਜਦੋਂ ਇਹ ਔਰ ਕਾਂਗਰਸ ਸਰਕਾਰ ਦੇ ਵੇਲੇ ਦੇ ਇਹ ਜਿਹੜੇ ਕਾਨੂੰਨ ਪੈਂਡਿੰਗ ਪਏ ਸੀ, ਉਹ ਤਾਂ ਜਿਹੜੇ ਪਾਸ ਹੈ ਉਹ ਪ੍ਰਧਾਨ ਮੰਤਰੀ ਮੋਦੀ ਜੀ ਨੇਤਰਤਵ ਦੇ ਸਰਕਾਰ
ਸਰਕਾਰ 'ਚ ਹੋਏ ਆ। ਉਸ ਤੋਂ ਬਾਅਦ ਚਲੋ ਉਹ ਲਾਗੂ ਵੀ ਕੀਤੇ, ਕਿਤੇ ਨਾ ਕਿਤੇ ਜਾ ਕੇ ਲੋਕਾਂ ਦਾ ਅੰਦੋਲਨ ਵੀ ਚੱਲਿਆ, ਕਿਸਾਨਾਂ ਦਾ ਅੰਦੋਲਨ ਵੀ ਚੱਲਿਆ, ਪਰ ਕਿਤੇ ਨਾ ਕਿਤੇ ਜਾ ਕੇ ਸਾਡੇ ਜਿਹੜੇ ਮਾਨਨੀ ਪ੍ਰਧਾਨ ਮੰਤਰੀ ਜੀ ਹੈ ਉਹਨਾਂ ਨੇ ਇਹਨਾਂ ਨੂੰ ਵਾਪਸ ਲਿੱਤਾ। ਉਹਨਾਂ ਨੇ ਜਦੋਂ ਦੇਖਿਆ ਕਿ ਇਹ ਲੋਕਾਂ ਨੂੰ ਸਮਝਾਉਣ ਦੇ ਵਿੱਚ ਜਾਂ ਕਿਸੇ ਤਰ੍ਹਾਂ ਸਮਝ ਆਉਣ ਦੇ ਉਹ ਮਾਹੌਲ ਜਿਹੜਾ ਖਰਾਬ ਹੋ ਰਿਹਾ ਤਾਂ ਕਿ ਦੇਸ਼ ਦੇ ਹਿੱਤ ਦੇ ਲਈ ਉਹਨਾਂ ਨੇ ਕਾਨੂੰਨ ਵਾਪਸ ਵੀ ਲਏ। ਔਰ ਹੁਣ ਜਿਹੜਾ ਹੈ ਕਿਸਾਨ ਇੱਕੋ ਹੀ ਸਵਾਲ ਹੈ ਜਿਹੜਾ ਹੈ ਕਿਸਾਨਾਂ ਦੇ ਅੰਦਰ, ਔਰ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਸਾਡੀ ਹਮਦਰਦ ਸਰਕਾਰ ਹੈ ਉਹ ਸਿਰਫ ਬੀਜੇਪੀ ਹੈ। ਔਰ ਅਗਰ ਕਿਸਾਨ ਹਤੇਸ਼ੀ ਕੋਈ ਚਾਹੁੰਦਾ ਹੈ, ਅਗਰ ਸਵਾਮੀਨਾਥਨ ਰਿਪੋਰਟ ਕੋਈ ਲਾਗੂ ਕਰਦਾ, ਲੈਂਡ ਰਿਫਾਰਮਸ ਤੋਂ ਲੈ ਕੇ ਮਾਰਕੀਟਿੰਗ ਤੱਕ ਦਾ ਸਾਰਾ ਸਿਸਟਮ ਸਹੀ ਕਰ ਸਕਦਾ ਹੈ, ਕਿਸਾਨਾਂ ਦੀ ਜਿਹੜਾ ਹੈ ਸਟੈਂਡਰਡ ਆਫ ਲਿਵਿੰਗ ਨੂੰ ਠੀਕ ਕਰ ਸਕਦਾ ਹੈ, ਉਹਨਾਂ ਨੂੰ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ 'ਚ ਸੁਧਾਰ ਕਰ ਸਕਦਾ ਹੈ, ਚਾਹੇ ਉਹਨਾਂ ਦੇ 2-2000 ਖਾਤਿਆਂ ਦੇ 5 ਸਿੱਧੇ ਤੌਰ 'ਤੇ ਕੋਈ ਭੇਜ ਸਕਦਾ ਹੈ, ਕਿਸਾਨ सम्मान निधि ਕੋਈ ਮੇਨਟੇਨ ਕਰ ਸਕਦਾ ਹੈ, ਤਾਂ ਉਹ ਸਿਰਫ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਤੁਹਾਨੂੰ ਲੱਗਦਾ ਹੈ ਵੀ ਬਹੁਮਤ ਦੇ ਵਿੱਚ ਬੀਜੇਪੀ ਆ ਜਾਊਗੀ? ਕਿਉਂਕਿ ਹੁਣ ਤਾਂ ਬੇਸ਼ੱਕ ਲੱਖ ਸੋਨੇ ਦੀ ਪਾਰਟੀ ਬਣ ਜੇ, ਬਹੁਮਤ ਜਿਹੜੇ ਪੰਜਾਬ ਦੇ ਕਿਸਾਨ ਹੈ ਉਹ ਬੀਜੇਪੀ ਤੇ ਨਹੀਂ ਵਿਸ਼ਵਾਸ ਕਰ ਪਾਉਣਗੇ। ਕੀ ਲੱਗਦਾ ਕਿ ਜਿਹੜੀ ਬੀਜੇਪੀ ਹੈ ਕਿਸਾਨਾਂ ਦਾ ਵਿਸ਼ਵਾਸ ਜਿੱਤ ਸਕੇਗੀ? ਪਹਿਲੀ ਗੱਲ ਤਾਂ ਬੀਜੇਪੀ ਤੋਂ ਇਲਾਵਾ ਅਗਰ ਅਸੀਂ ਕਾਂਗਰਸ ਦੀ ਗੱਲ ਕਰੀਏ, ਅਗਰ ਅਸੀਂ ਕਿਸੇ ਹੋਰ ਪਾਰਟੀ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਇਹਨਾਂ ਨੂੰ ਤਾਂ ਸਭ ਨੂੰ ਮੌਕਾ ਮਿਲਿਆ ਸੀ। ਇਹਨਾਂ ਨੇ ਕੀ ਕਰਕੇ ਦਿਖਾਤਾ? ਹੁਣ ਲੋਕਾਂ ਦੇ ਸਾਹਮਣੇ ਜਿਹੜਾ ਵਿਕਲਪ ਦੇ ਤੌਰ ਤੇ ਹੈ ਇੱਕ ਉਮੀਦ ਦੀ ਕਿਰਨ ਹੈ, ਉਹ ਭਾਜਪਾ ਸਰਕਾਰ ਹੈ। ਔਰ ਭਾਜਪਾ ਵੱਲ ਲੋਕ ਉਮੀਦ ਦੀ ਕਿਰਨ ਲੈ ਕੇ ਦੇਖ ਰਹੇ ਆ, ਕਿਉਂਕਿ ਜਿਹੜੀ ਭਾਜਪਾ ਸਰਕਾਰ ਹੈ ਇਹ ਝੂਠੇ ਐਲਾਨਾਂ ਦੀ, ਝੂਠੇ ਵਾਅਦਿਆਂ ਦੀ, ਝੂਠੀਆਂ ਗਰੰਟੀਆਂ ਦੀ, ਝੂਠੇ ਜਿਹੜੇ ਮੌਕੇ ਤੇ ਆ ਕੇ ਤੁਸੀਂ ਦੇਖੋ ਕਿਵੇਂ ਜਮਾ ਮੌਕੇ ਤੇ ਜਦੋਂ ਆਉਂਦੇ ਫਾਰਮ ਭਰਨੇ ਸ਼ੁਰੂ ਕਰ ਦਿੰਦੇ ਆ, ਤਾਂ ਇਸ ਤਰ੍ਹਾਂ ਦੀ ਸਰਕਾਰ ਨਹੀਂ ਹੈ। ਭਾਜਪਾ ਸਰਕਾਰ ਜੋ ਕਹਿੰਦੀ ਉਹ ਕਰਕੇ ਦਿਖਾਉਂਦੀ ਹੈ, ਔਰ ਲੋਕਾਂ ਨੂੰ ਇਹ ਪਤਾ ਹੈ। ਇਸ ਲਈ 2022 ਦੇ ਵਿੱਚ ਬਹੁਮਤ ਦੇ ਨਾਲ ਬੀਜੇਪੀ ਦੀ ਸਰਕਾਰ ਪੰਜਾਬ ਵਿੱਚ ਆਏਗੀ। ਜਿਵੇਂ ਤੁਸੀਂ ਗੱਲ ਕਰਦੇ ਹੋ ਵੀ ਬਹੁਮਤ ਦੇ ਨਾਲ ਆਏਗੀ, ਕਿਤੇ ਨਾ ਕਿਤੇ ਤੁਹਾਡੇ ਤੇ ਵਿਰੋਧੀ ਪਾਰਟੀਆਂ ਵੀ ਐਲੀਗੇਸ਼ਨ ਲਾਉਂਦੀਆਂ ਨੇ, ਕਿਤੇ ਬੀਜੇਪੀ ਜਿਹੜੀ ਈਵੀਐਮ ਮਸ਼ੀਨਾਂ ਨਾਲ ਉਹਦੇ ਨਾਲ ਤਾਂ ਨਹੀਂ ਕਦੇ ਸੈਟਿੰਗ ਕਰ ਰਹੀ, ਉਹਦੇ ਨਾਲ ਤਾਂ ਨਹੀਂ ਕਿਤੇ ਜਿਹੜੀ ਹੈਗੀ ਤਕਨੀਕੀ ਪ੍ਰੋਬਲਮ ਕਰਕੇ ਜਿਹੜੀ ਹੈਗਾ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਉਣਾ ਚਾਹੁੰਦੀ, ਵੀ ਤਾਂ ਕਰਕੇ ਜਿਹੜੀਆਂ ਚੋਣਾਂ ਲੇਟ ਕਰ ਰਹੇ ਨੇ। ਜਦੋਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਜਿੱਤੀ, ਜਦੋਂ ਬਠਿੰਡਾ ਦੇ ਵਿੱਚ 40+ ਜਿਹੜੇ ਹੈ MC ਕਾਂਗਰਸ ਦੇ ਬਣੇ, ਉਦੋਂ EVM ਦਾ ਰੌਲਾ ਕਿਉਂ ਨਹੀਂ ਪਾਇਆ? ਕੀ ਗੱਲ, ਜਦੋਂ ਇਹਨਾਂ ਨੂੰ ਲੱਗਦਾ ਹੈ ਨਾ ਜਦੋਂ ਹੁਣ ਬੀਜੇਪੀ ਜਿੱਤਣ ਵਾਲੀ ਹੈ ਉਦੋਂ ਇਹਨਾਂ ਨੂੰ EVM ਕਿਉਂ ਯਾਦ ਆਉਂਦੀ ਹੈ? ਐਕਚੁਅਲੀ ਕੁਛ ਨਹੀਂ ਹੈ, ਇਹ ਸਿਰਫ ਬਹਾਨੇਬਾਜ਼ੀ ਹੈ, ਇਹ ਇੱਕ ਡਰ ਹੈ, ਇੱਕ ਬੌਖਲਾਹਟ ਹੈ ਕਿ ਕਿਤੇ ਨਾ ਕਿਤੇ ਆ ਕੇ ਕਿਤੇ ਕੀ ਬਹਾਨਾ ਲੱਭੀਏ, ਕੀ ਕਹੀਏ, ਤਾਂ ਫਿਰ ਸਾਰਾ ਆ ਕੇ ਜਦੋਂ ਕੁਛ ਨਹੀਂ ਮਿਲਦਾ ਤਾਂ EVM ਤੇ ਆ ਕੇ ਗਿਰ ਜਾਂਦਾ। ਪਿਛਲੇ ਦਿਨੀ ਪ੍ਰਧਾਨ ਮੰਤਰੀ ਦਾ ਫਿਰੋਜ਼ਪੁਰ ਦੌਰਾ ਸੀ, ਕਹਿੰਦੇ ਉੱਥੇ ਕੁਰਸੀਆਂ ਵੱਧ ਲਵਾਤੀਆਂ, ਜਿਹੜੇ ਹੈਗੇ ਲੋਕ 500-700 ਪਹੁੰਚੇ, ਜਾਣ ਬੁੱਝ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਪਸ ਚਲੇ ਗਏ। ਜਿਹੜਾ ਠੂਣਾ ਉਹ ਕਿਸਾਨਾਂ ਤੇ ਫੋੜਤਾ, ਤੇ ਜਿਹੜੇ ਕਹਿੰਦੇ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ, ਜੀ ਇਸ ਤਰ੍ਹਾਂ ਹੋਇਆ, ਇਸ ਤਰ੍ਹਾਂ ਹੋਇਆ। ਤਾਂ ਉਹ ਕਿਸਾਨ ਨਹੀਂ ਸੀਗੇ, ਉਹ ਕਾਂਗਰਸੀ ਗੁੰਡੇ ਸੀਗੇ, ਓਪੋਜੀਸ਼ਨ ਕੁਝ ਸ਼ਰਾਰਤੀ ਤੱਤਵ ਸੀਗੇ ਜਿਨ੍ਹਾਂ ਨੇ ਉਹ ਰਾਸਤਾ ਰੋਕਿਆ ਗਿਆ। ਦੂਸਰੀ ਗੱਲ, ਕਾਂਗਰਸ ਸਰਕਾਰ ਪ੍ਰੋਟੋਕੋਲ ਦੀ ਵੀ ਗੱਲ ਕਰਾਂ ਤਾਂ ਇੱਕ PM ਨੂੰ ਰਿਸੀਵ ਕਰਨਾ, ਉਸ ਦੇ ਅਕੋਰਡਿੰਗ ਉਹਨੂੰ ਪ੍ਰੋਟੈਕਸ਼ਨ ਦੇਣਾ, ਸੇਫਟੀ ਦੇਣਾ, ਇਹਨਾਂ ਦਾ ਪਹਿਲਾ ਰਾਈਟ ਸੀਗਾ ਜਿਹਦੇ ਵਿੱਚ ਇਹ ਪੂਰੀ ਤਰ੍ਹਾਂ ਫੇਲ ਹੋ ਗਏ। ਦੂਸਰੀ ਗੱਲ, ਤੁਸੀਂ ਰਸ਼ ਦੀ ਗੱਲ ਕਰ ਰਹੇ ਹੋ, ਇਹਨਾਂ ਦੀ ਖੁਦ ਦੀ ਰਿਪੋਰਟ ਦੇ ਵਿੱਚ, ਖੁਦ ਪੰਜਾਬ ਸਰਕਾਰ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਦੀ ਰਿਪੋਰਟ ਵਿੱਚ ਲਿਖਿਆ ਸੀ ਕਿ ਉੱਥੇ 1 ਲੱਖ ਬੰਦਾ ਪਹੁੰਚਣਾ ਹੈ। ਅਸੀਂ ਤਾਂ ਫਿਰ ਵੀ 1.5-2 ਲੱਖ ਸਾਡੀਆਂ, ਸਾਨੂੰ ਪਤਾ ਉੱਥੇ ਰਸ਼ ਹੋਣਾ ਹੈ ਸਾਡਾ। ਇਹਨਾਂ ਨੇ ਖੁਦ ਦੀ ਰਿਪੋਰਟ ਬੋਲ ਰਹੀ ਹੈ, ਜਾਂ ਤਾਂ ਫਿਰ ਆਪ ਹੀ ਝੂਠੇ ਹੈ। ਚੱਲੀ ਮੁੱਖ ਮੰਤਰੀ ਸੀ ਪੰਜਾਬ ਦੇ, ਉਹ ਕਹਿੰਦੇ ਬੇਸ਼ੱਕ ਮੇਰਾ ਖੂਨ ਡੁੱਲ ਜਾਂਦਾ ਪਰ ਮੈਂ ਨਰਿੰਦਰ ਮੋਦੀ ਦੀ ਹਵਾ ਕਨੀ ਜਾਂ ਉਹਦੀ ਜਾਣ ਦੀ ਮੇਰੀ ਜ਼ਿੰਮੇਵਾਰੀ ਸੀ, ਮੈਂ ਆਪਦਾ ਖੂਨ ਡੋਲ ਸਕਦਾ ਸੀ, ਪਰ ਉਹਨਾਂ ਦੀ ਹਵਾ ਕਨੀ ਕੋਈ ਝਗੜੀ ਕਿਉਂ ਨਹੀਂ ਆਏ? ਫਿਰ ਰਿਸੀਵ ਕਰਨ ਕਿਉਂ ਨਹੀਂ ਆਏ? ਕਹਿੰਦੇ ਮੈਨੂੰ ਕਰੋਨਾ ਹੋ ਗਿਆ ਸੀ। ਫਿਰ ਅਗਲੇ ਦਿਨ ਤੋਂ ਰੈਲੀਆਂ 'ਚ ਫਿਰੀ ਜਾਂਦੇ ਆ, ਵੱਡੇ ਵੱਡੇ ਭਾਸ਼ਣ ਦੇ ਰਹੇ ਆ, ਕਾਨਫਰੰਸ ਕਰ ਰਹੇ ਆ, ਉਦੋਂ ਕਰੋਨਾ ਚਲਾ ਗਿਆ। ਕੀ ਲੱਗਦਾ ਭਾਜਪਾ ਨੇ ਜਿਸ ਤਰੀਕੇ ਨਾਲ 700 ਵੱਧ ਕਿਸਾਨਾਂ ਦੀਆਂ ਸ਼ਹੀਦ ਹੋਏ ਕਿਸਾਨ, ਇਹ ਕਿਉਂ ਹੋਇਆ? ਕਿਉਂਕਿ ਹੁਣ ਵੀ ਆ ਕੇ ਵੋਟਾਂ ਦੀ ਲਵੇ ਜਿਹੜੇ ਕਾਨੂੰਨ ਰੱਦ ਕੀਤੇ ਗਏ ਨੇ, ਇਹ ਲੱਗਦਾ ਨਹੀਂ ਸੀ ਕਿ ਕਿਸਾਨ ਜਿਹੜੇ ਪਿਛਲੇ ਪੱਛਮੀ ਬੰਗਾਲ ਦੇ ਵਾਂਗੂ ਐਤਕੀ ਵੀ ਸਾਡਾ ਜਿਹੜੇ ਬਾਹਰੀ ਰਾਜਾਂ ਦੇ ਵਿੱਚ ਜਾ ਕੇ ਸਾਡਾ ਨੁਕਸਾਨ ਨਾ ਕਰ ਦੇਣ, ਕਿਉਂ ਨਾ ਇੱਕ ਵਾਰੀ ਪੰਜਾਬ ਦੇ ਵਿੱਚ ਹੀ ਉਲਝਾ ਕੇ ਰੱਖ ਲੈਣ? ਨਹੀਂ, ਪਹਿਲੀ ਗੱਲ ਤਾਂ ਤੁਹਾਡਾ ਸਵਾਲ ਵੱਖ-ਵੱਖ ਭਾਗਾਂ 'ਚ ਹੈ। ਮੈਂ ਪਹਿਲੀ ਗੱਲ, ਜਿਹੜਾ ਤੁਸੀਂ ਕਿਹਾ ਵੀ 700 ਕਿਸਾਨ ਸ਼ਹੀਦ ਹੋਏ, ਪਹਿਲੀ ਗੱਲ ਤਾਂ ਇਹ ਕਿਸਾਨ ਸਾਡੇ ਪੰਜਾਬ ਦੇ, ਔਰ ਮੈਂ ਬਠਿੰਡੇ ਦੀ ਧਰਤੀ ਤੇ ਜਨਮ ਲਿਆ, ਔਰ ਸਾਡਾ ਕੋਈ ਨੌਜਵਾਨ ਬਜ਼ੁਰਗ ਕਿਸੇ ਅੰਦੋਲਨ ਦੇ ਦੌਰਾਨ ਅਗਰ ਕੋਈ ਇਸ ਤਰ੍ਹਾਂ ਦੀ ਮਿਸਹੈਪਨਿੰਗ ਹੁੰਦੀ ਹੈ ਤਾਂ ਦਿਲੋਂ ਦੁੱਖ ਹੁੰਦਾ, ਸਾਨੂੰ ਦਰਦ ਹੁੰਦਾ। ਤੇ ਦੂਸਰੀ ਗੱਲ ਰਹੀ, ਕੋਈ ਅੰਦੋਲਨ ਜਦੋਂ ਚੱਲਦਾ ਉਹਦੇ ਵਿੱਚ ਬਹੁਤ ਅਪ ਡਾਊਨਸ ਆਉਂਦੇ ਹੈ, ਲੇਕਿਨ ਇਹ ਅੰਦੋਲਨ ਜਿਹੜਾ ਹੈ ਇੱਕ, ਚਲੋ ਹੁਣ ਮੈਂ ਕਹਿੰਦੀ ਇਸ ਲੈਵਲ 'ਤੇ ਆਪਾਂ ਨੂੰ ਹੁਣ ਗੱਲ ਨਾ ਹੀ ਕਰੀਏ ਤਾਂ ਠੀਕ ਹੈ, ਕਿਉਂਕਿ ਹੁਣ ਅਸੀਂ ਉਹਨਾਂ ਚੀਜ਼ਾਂ ਤੋਂ ਕਾਫੀ ਅੱਗੇ ਆ ਗਏ ਹਾਂ। ਤੁਹਾਡੇ ਤੇ ਵਿਰੋਧੀ ਇਲਜ਼ਾਮ ਲਾਉਂਦੇ ਨੇ, ਕਹਿੰਦੇ ਜੀ ਕੀਤਾ ਹੀ ਕੁਛ ਨਹੀਂ ਹੈਗਾ, ਕਹਿੰਦੇ ਹੁਣ ਜਿਹੜੀ ਬੀਜੇਪੀ ਹੁਣ ਗੱਲਾਂ ਕਰਦੀ ਹੈ, ਇਹਨਾਂ ਨੇ ਪਹਿਲਾਂ ਕਿਸਾਨਾਂ ਲਈ ਕੁਛ ਨਹੀਂ ਕੀਤਾ, ਪਹਿਲਾਂ 10 ਸਾਲ ਤੋਂ ਤੁਸੀਂ ਸੱਤਾ ਦੇ ਵਿੱਚ ਕੀਤਾ, ਦੇਸ਼ ਲਈ ਕੁਛ ਨਹੀਂ, ਸਾਰੇ ਜਿਹੜੀਆਂ ਮੂਰਤੀਆਂ ਬਣਾਉਂਦੀਆਂ, ਪੰਜਾਬ ਦਾ ਕੀ ਸੰਵਾਰਨਗੇ? ਇਹਨਾਂ ਨੇ ਪੰਜਾਬ ਦਾ ਕੀ ਸੰਵਾਰਿਆ?
30-40 ਸਾਲਾਂ ਦੇ ਮੈਂ ਵੀ ਇਸ ਬਠਿੰਡਾ 'ਚ ਜਨਮ ਲਿੱਤਾ ਹੈ, ਇਹਨਾਂ ਗਲੀਆਂ 'ਚ ਖੇਡੀ ਹਾਂ। ਮੈਂ ਤਾਂ ਕਦੇ ਸੁਣਿਆ ਨਹੀਂ ਸੀ ਨਸ਼ਾ ਕੀ ਹੁੰਦਾ, ਚਿੱਟਾ ਕੀ ਹੁੰਦਾ। ਅਸੀਂ ਤਾਂ ਸੁਣਿਆ ਨਹੀਂ ਸੀ ਕਿ ਬੱਚੇ ਪੜ੍ਹ ਕੇ ਬਾਹਰ ਜਾਈ ਜਾਂਦੇ, ਇੱਥੇ ਪੜ੍ਹ ਕੇ ਸਾਰੇ ਜੌਬ ਕਰਦੇ ਹੁੰਦੇ ਸੀ। ਔਰ ਜਦੋਂ 10ਵੀਂ ਵੀ ਕੋਈ ਪਾਸ ਕਰਦਾ ਸੀ, ਮਾਮਾ ਲੱਡੂ ਵੰਡਦੀਆਂ ਸੀਗੀਆਂ। ਐਡਾ ਸੋਹਣਾ ਖੁਸ਼ਹਾਲ ਪੰਜਾਬ ਸੀ। ਤੇ 30-40 ਸਾਲਾਂ 'ਚ ਤਾਂ ਇਹਨਾਂ ਨੇ ਪੂਰਾ ਵਿਹੜਾ, ਮੈਂ ਕੀ ਹੁਣ ਭਾਸ਼ਾ ਸ਼ਬਦ ਕਹਾਂ, ਇਹਨਾਂ ਨੇ ਜੋ ਪੰਜਾਬ ਦਾ ਹਾਲ ਕੀਤਾ ਹੈ, ਨਸ਼ੇ ਦਾ, ਬੇਰੁਜ਼ਗਾਰੀ ਦਾ, ਨੌਜਵਾਨ ਬੱਚੇ ਬੱਚੀਆਂ ਤੇ ਅਗਰ ਮਹਿਲਾਵਾਂ ਦੀ ਤੇ ਸੇਫਟੀ ਦੀ ਗੱਲ ਕਰਾਂ, ਲੋ ਐਂਡ ਆਰਡਰ ਫੇਲ ਹੋ ਗਿਆ ਇਹਨਾਂ ਦਾ। ਐਕਚੁਅਲੀ ਇਹ ਪਹਿਲਾਂ ਆਪਦੇ ਕਹਿੰਦੇ ਆਪਦੇ ਗਿਰੇਬਾਨ 'ਚ ਝਾਕ ਕੇ ਦੇਖਣ, ਇਹਨਾਂ ਨੇ ਪੰਜਾਬ ਨੂੰ ਕੀ ਤੋਂ ਕੀ ਬਣਾਤਾ। ਔਰ ਪੰਜਾਬ ਦੀ ਅਗਰ ਕੋਈ ਅੱਜ ਦਸ਼ਾ ਸੁਧਾਰ ਸਕਦਾ ਹੈ ਤਾਂ ਉਹ ਬੀਜੇਪੀ ਹੈ। ਔਰ ਸੈਂਟਰ ਦੇ ਵਿੱਚ ਉਹ ਆਪਣੇ ਰਾਸ਼ਟਰੀ ਇੱਕ ਪਲਾਨ ਦੇ ਅਕੋਰਡਿੰਗ ਇਸ ਨਸ਼ੇ ਨੂੰ, ਇਸ ਬੇਰੁਜ਼ਗਾਰੀ ਨੂੰ, ਐਂਟਰਪ੍ਰੈਨਿਓਰਸ਼ਿਪ ਇੱਥੇ ਵਧਾ ਕੇ, ਇੰਡਸਟਰੀ ਲਗਾ ਕੇ ਇਹਨਾਂ ਸਾਰੀਆਂ ਜਿਹੜੀਆਂ ਹੈ ਅਸੀਂ ਵੀਕਨੈਸ ਦੇਖ ਰਹੇ ਹਾਂ ਸਿਸਟਮ ਦੇ ਵਿੱਚ ਆਈਆਂ, ਉਹਨਾਂ ਨੂੰ ਦੂਰ ਕਰ ਸਕਦੇ। ਤੁਸੀਂ ਬਠਿੰਡੇ ਤੋਂ ਦਾਅਵੇਦਾਰੀ ਠੋਕਦੇ ਹੋ ਟਿਕਟ ਦੀ ਵੀ ਮੈਨੂੰ ਬੀਜੇਪੀ ਦੀ ਟਿਕਟ ਮਿਲਣੀ ਚਾਹੀਦੀ ਹੈ? ਦੇਖੋ, ਸਾਡੀ ਲੋਕਤੰਤਰ, ਅਸੀਂ ਡੈਮੋਕ੍ਰੇਸੀ ਦੇਸ਼ 'ਚ ਰਹਿੰਦੇ ਹਾਂ। ਔਰ ਪਹਿਲਾਂ ਮੈਂ 23 ਸਾਲ ਸਮਾਜ ਸੇਵਾ ਖੇਤਰ 'ਚ ਲਈ, ਲੋਕਾਂ 'ਚ ਵਿਚਰੀ ਔਰ ਲੋਕਾਂ ਦੀ ਆਵਾਜ਼ ਬਣ ਕੇ ਸਾਹਮਣੇ ਆਉਣਾ ਚਾਹੁੰਦੀ ਹਾਂ। ਔਰ ਤੁਹਾਡੇ ਤੇ ਵਿਸ਼ਵਾਸ ਕਿਵੇਂ ਕਰਨ ਲੋਕ? ਮੇਰੇ ਤੇ ਵਿਸ਼ਵਾਸ ਲੋਕ ਇਸ ਤਰ੍ਹਾਂ ਕਰਕੇ ਕਰਨਗੇ ਕਿਉਂਕਿ ਬਠਿੰਡਾ ਮੇਰੇ ਲਈ ਹਲਕਾ ਨਹੀਂ, ਕੋਈ ਵਿਧਾਨ ਸਭਾ ਦਾ ਯੁੱਧ ਮੈਦਾਨ ਨਹੀਂ। ਬਠਿੰਡਾ ਮੇਰਾ ਪਰਿਵਾਰ ਹੈ, ਇੱਥੋਂ ਦੀ ਮੈਂ ਜੰਮਪਲ ਹੈ। 23 ਸਾਲਾਂ ਤੋਂ ਇੱਥੋਂ ਦੀ ਸੇਵਾ ਕਰਤੀ ਹੈ, 53 ਸੰਸਥਾਵਾਂ ਨਾਲ ਜੁੜੀ ਹੋਈ ਹਾਂ। ਔਰ ਇੱਕ ਪਰਿਵਾਰ, ਹਰ ਬੂਥ ਦੇ ਉੱਪਰ ਮੇਰੇ ਜਿਹੜੀ ਹੈ ਇੱਕ ਟੀਮ ਜਿਹੜੀ ਮੇਰੇ ਤੇ ਵਿਸ਼ਵਾਸ ਜਤਾਉਂਦੀ। ਤੁਹਾਡੇ ਵਿਰੋਧੀ ਸਰੂਪ ਚੰਦ ਸਿੰਗਲਾ ਅਕਾਲੀ ਦਲ ਦੇ ਹੈਗੇ ਨੇ, ਉਹ ਵੀ ਹਿੰਦੂ ਪਰਿਵਾਰ ਦੇ ਸੰਬੰਧ ਰੱਖਦੇ ਨੇ। ਉਹ ਕਹਿੰਦੇ ਜੀ ਜਿਹੜੀਆਂ ਇਹ ਗੱਲਾਂ ਹੁਣ ਚੈਨਲ 'ਤੇ ਬਹਿ ਕੇ ਕਰਦੇ ਆ ਬੀਜੇਪੀ ਵਾਲੇ, ਇਹਨਾਂ ਨੇ ਕੁਝ ਵੀ ਨਹੀਂ ਕਰਨਾ, ਇਹਨਾਂ ਨੇ ਕੁਝ ਨਹੀਂ ਜਿਹੜਾ ਹੈਗਾ ਬਠਿੰਡੇ ਦਾ ਸੁਧਾਰਨਾ। ਗੱਲ ਤਾਂ ਉੱਥੇ ਹੀ ਆਉਂਦੀ ਹੈ ਨਾ ਜੀ, ਨਾਲੇ ਚੋਰੀ ਨਾਲੇ ਸੀਨਾ ਚੋਰੀ। ਫਿਰ ਤੁਸੀਂ ਆਪਣਾ ਰਿਪੋਰਟ ਕਾਰਡ ਪੇਸ਼ ਕਰ ਦਿਓ ਨਾ। ਤੁਸੀਂ ਆਪਣਾ ਰਿਪੋਰਟ ਕਾਰਡ ਪੇਸ਼, ਤੁਸੀਂ ਤਾਂ ਸਾਰਾ ਦਿਨ ਕੁਝ ਨਹੀਂ ਹੈ। ਉਹਨਾਂ ਨੇ ਉਹਨਾਂ 'ਤੇ ਇਲਜ਼ਾਮ ਲਗਾਤੇ, ਕਾਂਗਰਸ ਵਾਲਿਆਂ ਨੇ ਅਕਾਲੀ 'ਤੇ ਇਲਜ਼ਾਮ ਲਾਤੇ, ਕਾਂਗਲੀ ਨੇ ਕਾਂਗਰਸ 'ਤੇ ਲਾ ਦੇ। ਫਿਰ ਵਿੱਚ ਵਿਚਾਲੇ ਆਪ ਝਾੜੂ ਲੈ ਕੇ ਫਿਰਦੀ ਪਈ, ਆਪ ਕਹਿੰਦੀ ਮੈਂ 1000 ਰੁਪਇਆ ਦਊਂ, ਫਿਰ ਕਾਂਗਰਸ ਬੋਲਦੀ ਹੈ ਮੈਂ 2-2000 ਦਊਂ, ਸਿੱਧੂ ਸਾਹਿਬ ਆ ਜਾਂਦੇ ਮੈਂ ਸਕੂਟਰੀਆਂ ਦਊਂ। ਮਤਲਬ ਇਹਨਾਂ ਨੇ ਸਮਝ ਕੀ ਰੱਖਿਆ? ਖਾਸ ਕਰਕੇ ਮਹਿਲਾਵਾਂ ਨੂੰ ਤਾਂ ਇਹਨਾਂ ਨੇ ਇਹ ਸਮਝ ਰੱਖਿਆ ਕਿਉਂਕਿ ਇਹਨਾਂ ਨੂੰ ਪਤਾ ਹੈ ਮਹਿਲਾਵਾਂ ਦੀ ਵੋਟ ਇਹਨਾਂ ਦੀ ਕੁੱਸਦੀ ਪਈ ਹੈ। ਐਕਚੁਅਲੀ ਇਹਨਾਂ ਕੋਲ ਆਪਦਾ ਰਿਪੋਰਟ ਕਾਰਡ ਤਿਆਰ ਨਹੀਂ ਹੈਗਾ, ਆਪਦੇ ਇਹਨਾਂ ਦੇ ਮਾਰਕਸ ਨਹੀਂ ਹੈਗੇ, 100 ਚੋਂ 0 ਲੈ ਚੁੱਕੇ ਆ ਇਹ, ਇਸ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ। ਬਾਦਲ ਵੀ ਕਹਿੰਦੇ ਨੇ ਭਾਜਪਾ ਦਾ ਤਾਂ ਕੋਈ ਕਹਿੰਦੇ ਇੱਥੇ ਵਿਗਲ ਹੀ ਨਹੀਂ ਹੈਗਾ। ਵੈਸੇ ਹੀ ਇਹਨਾਂ ਨੂੰ ਤਾਂ ਕਹਿੰਦੇ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣੀਆਂ ਨੇ। ਇਹ ਬੇਸ਼ੱਕ ਆਪਦੇ ਉਮੀਦਵਾਰ ਕਿੱਥੋਂ ਬਾਹਰੋਂ ਹੀ ਲਿਆਉਣ, ਬੇਸ਼ੱਕ ਬਠਿੰਡੇ ਤੋਂ ਲਿਆਉਣ, ਕੋਈ ਆਧਾਰ ਹੀ ਨਹੀਂ ਹੈਗਾ ਇੱਥੇ। ਮੈਨੂੰ ਤਾਂ ਇਹ ਲੱਗਦਾ ਜੀ ਕਾਂਗਰਸ ਦਾ ਆਧਾਰ ਨਹੀਂ ਹੈਗਾ। ਰਾਣਾ ਸੋਢੀ ਜੀ ਵਰਗੇ, ਸਰਸਾ ਵਰਗੇ ਪਾਰਟੀਆਂ ਛੱਡ ਕੇ ਸਾਰੇ ਬੀਜੇਪੀ 'ਚ ਚਲੇ ਗਏ ਆ। ਮੈਨੂੰ ਤਾਂ ਲੱਗਦਾ ਪਾਰਟੀ 'ਚ ਆਪਦਾ ਹੀ ਨਹੀਂ ਆਧਾਰ ਰਿਹਾ, ਪਾਰਟੀ ਆਪ ਹੀ ਖਤਮ ਹੋ ਰਹੀ ਹੈ। ਕੀ ਗੱਲਾਂ ਕਰਦੇ ਮੈਡਮ, ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਲਾਨ ਦਿੱਤੇ ਨੇ, ਸਰੂਪ ਚੰਦ ਸਿੰਗਲਾ, ਉਹ ਵੀ ਕਹਿੰਦੇ ਨੇ, ਸਰੂਪ ਸਿੰਗਲਾ ਵੀ ਕਹਿੰਦੇ ਜੀ ਇੱਥੇ ਭਾਜਪਾ ਦਾ ਤਾਂ ਕੋਈ ਆਧਾਰ ਹੀ ਨਹੀਂ ਹੈਗਾ। ਭਾਜਪਾ ਤਾਂ ਕਿਸਾਨ ਹਿਤੈਸ਼ੀ ਪਾਰਟੀ ਨਹੀਂ, ਭਾਜਪਾ ਨੇ ਕੁਝ ਕਰ ਹੀ ਨਹੀਂ ਸਕਦੀ। ਉਹਨਾਂ ਨੇ ਕੀ ਕੀਤਾ ਜੀ? 5 ਸਾਲ ਉਹ ਰਹੇ, ਉਹਨਾਂ ਨੇ ਕੀ ਕੀਤਾ? ਕੀ ਸੁਧਾਰ ਕੀਤਾ? ਲੋਕ ਉੱਥੇ ਦੀ ਉੱਥੇ ਹੈ, ਬਠਿੰਡੇ ਦਾ ਵਿਕਾਸ ਉੱਥੇ ਦੀ ਉੱਥੇ ਖੜੇ ਹੈ। ਜਿਹੜੇ ਮਹੱਲਿਆਂ 'ਚ ਸਕੂਲ ਹੈ ਨਹੀਂ, ਅੱਜ ਵੀ ਸਕੂਲ ਹੈ ਨਹੀਂ। ਜਿਹੜੇ ਮਹੱਲਿਆਂ 'ਚ ਸੀਵਰ ਨਹੀਂ ਪਏ ਸੀ, ਦੂਰ ਤੱਕ ਜਾਓ, ਉੱਥੇ ਅੱਜ ਵੀ ਲੋਕ। ਤੁਸੀਂ ਵੀ ਉਦੋਂ ਉਸ ਵੇਲੇ ਦੇ ਭਾਈਵਾਲ ਸੀ ਨਾ ਪਾਰਟੀ ਦੇ? ਅਸੀਂ ਭਾਈਵਾਲ ਸੀ ਜੀ, ਤਾਂ ਹੀ ਤਾਂ ਇਹ ਜਿਹੜਾ ਨਾਤਾ ਟੁੱਟਿਆ ਹੈਗਾ। ਮੈਂ ਤਾਂ ਕਹਿੰਦੀ ਹਾਂ ਸਾਡੀ ਪਾਰਟੀ ਵਾਲੇ ਤਾਂ ਸਾਰੇ ਕਾਰਜਕਰਤਾ ਸ਼ੁਕਰ ਮਨਾਉਂਦੇ ਆ ਵੀ ਸਾਡਾ ਖਹਿੜਾ ਛੁੱਟਿਆ। ਹੁਣ ਅਸੀਂ ਆਪਣੇ ਘੱਟੋ ਘੱਟ ਆਪਣੀ ਨੀਅਤ ਤੇ ਨੀਤੀਆਂ ਤੇ ਕੰਮ ਤਾਂ ਕਰ ਸਕਾਂਗੇ। ਜੇ ਤੁਸੀਂ ਮਨਪ੍ਰੀਤ ਬਾਦਲ ਨੂੰ ਕਿਸ ਤਰ੍ਹਾਂ ਵੇਖਦੇ ਹੋ? ਕਿਉਂਕਿ ਉਹਨਾਂ ਨੇ ਤਾਂ ਕਹਿੰਦੇ ਬਠਿੰਡੇ ਦਾ ਪਿਛਲੇ 40 ਸਾਲਾਂ ਤੋਂ ਵਿਕਾਸ ਹੀ ਨਹੀਂ ਹੋਇਆ ਸੀ ਜੋ ਉਹਨਾਂ ਨੇ ਵਿਕਾਸ ਕਰਤਾ। ਕਿਹੜੇ ਵਿਕਾਸ ਦੀ ਗੱਲ ਕਰਦੇ ਹੋ? ਜਿੰਨੀ ਵੀ ਅਗਰ ਸੜਕਾਂ ਦੇਖੀਏ 2014 ਤੋਂ ਮੈਂ ਗੱਲ ਕਰਾਂ, 2000 ਕੁਛ ਜਿਹੜੀਆਂ ਹੈ ਜਿਹੜੀ ਨਪਾਈ ਸੀ ਸੜਕਾਂ ਦੀ, ਤੇ ਹੁਣ 2014 ਹੋ ਗਈ। ਉਹ ਸਾਰੀ ਜਿਹੜੀ ਇਨਫਰਾਸਟ੍ਰਕਚਰ ਦੀ ਦੇਣ ਆ ਉਹ ਸਾਰੀ ਸੈਂਟਰ ਗਵਰਨਮੈਂਟ ਦੀ ਹੈ। ਤੇ ਗੱਲ ਕਰ ਰਹੇ ਵਿਕਾਸ ਦੀ, ਸਾਰਾ ਬਠਿੰਡਾ ਦੇਖੋ ਪਹਿਲਾਂ ਵੀ ਡੁੱਬਦਾ ਸੀ, ਕਾਲੀ ਬੈਠੇ ਸੀ, ਔਰ ਜਦੋਂ ਕਾਂਗਰਸੀ ਆ ਗਏ ਉਦੋਂ ਵੀ ਡੁੱਬਦਾ। ਕੀ ਹੱਲ ਕੀਤਾ ਇਹਨਾਂ ਨੇ? ਔਰ ਨਸ਼ੇ ਦੀ ਗੱਲ ਕੀਤਾ, ਪਹਿਲਾਂ ਤੱਕ ਚਲੋ ਨਸ਼ੇ ਦਾ ਜਿਹੜਾ ਹੈ 10-20 ਸਾਲ ਦੀ ਗੱਲ ਕਰਾਂ, ਹੌਲੀ ਹੌਲੀ ਵੱਧਦਾ ਇੰਨਾ ਵੱਧ ਗਿਆ ਕਿ ਹੁਣ 12-13 ਸਾਲ ਦੇ ਬੱਚੇ ਤੱਕ ਵੀ ਪਹੁੰਚ ਗਿਆ। ਮਾਵਾਂ ਨੂੰ ਪੁੱਛੋ ਜਿਹੜੀਆਂ ਤਰਸੀ ਜਾਂਦੀਆਂ ਵੀ ਸਾਡਾ ਬੱਚਾ ਸਹੀ ਸਲਾਮਤ ਘਰੇ ਆ ਜੇ, ਜਦੋਂ ਚਿੱਟੇ ਤੋਂ ਲੱਗੇ ਤੁਹਾਡੇ ਚੈਨਲਾਂ ਤੇ ਦਿਖਾਇਆ ਜਾਂਦਾ ਬੱਚੇ ਮੌਤ ਦੇ ਮੂੰਹ 'ਚ ਜਾ ਰਹੇ ਆ। ਕੀ ਇਹਨਾਂ ਨੇ ਕੀਤਾ ਹੈਗਾ? ਦੱਸਿਓ। ਕੈਮਰੇ ਔਨ ਕੋਡ ਵੀ ਕਹਿੰਦੇ ਅੰਦਰ ਖਾਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਜਿਹੜਾ ਹੈਗਾ ਬੀਜੇਪੀ ਦੀ ਅੰਡਰਸਟੈਂਡਿੰਗ ਹੈਗੀ ਹੈ, ਰਲ ਕੇ ਸਰਕਾਰ ਬਣਾਉਣ ਨੂੰ ਫਿਰਦੇ ਨੇ। ਦੇਖੋ ਜੀ, ਜਿਹੜਾ ਟਾਈਮ ਸੀਗਾ ਜਦੋਂ ਇਹਨਾਂ ਨੇ ਨਾਲ ਖੜਨਾ ਸੀ ਉਦੋਂ ਖੜੇ ਨਹੀਂ, ਉਦੋਂ ਉੱਥੇ ਅਸਤੀਫੇ ਪਾ ਕੇ ਸਰਕਾਰ ਤੋਂ ਅਲੱਗ ਹੋ ਗਏ। ਲੇਕਿਨ ਇਹ ਜਿਹੜੀਆਂ ਹੁਣ ਬਾਅਦ ਦੀਆਂ ਇਹ ਸਿਰਫ ਅਫਵਾਹ ਹੈ, ਹੋਰ ਕੁਝ ਨਹੀਂ ਹੈ। ਕਿਉਂਕਿ ਜਿਹੜੀ ਬੀਜੇਪੀ ਹੈ ਉਹ ਆਪਣੀ ਚੰਗੀ ਨੀਅਤ ਦੇ ਨਾਲ ਔਰ ਚੰਗੀ ਨੀਤੀ ਦੇ ਨਾਲ ਪੰਜਾਬ 'ਚ ਔਰ ਖਾਸ ਕਰਕੇ ਬਠਿੰਡੇ ਦੇ ਵਿੱਚ ਕੰਮ ਕਰਨਾ ਚਾਹੁੰਦੀ। ਤੁਹਾਨੂੰ ਜੇ ਉਮੀਦਵਾਰ ਐਲਾਨਿਆ ਜਾਂਦਾ, ਤੁਸੀਂ ਜਿੱਤਦੇ ਹੋ, ਕੀ ਪ੍ਰੋਜੈਕਟ ਲੈ ਕੇ ਆਉਂਗੇ ਬਠਿੰਡੇ ਖਾਤਰ ਕਿ ਬਠਿੰਡੇ ਦੇ ਲੋਕ ਤੁਹਾਡੇ 'ਤੇ ਵਿਸ਼ਵਾਸ ਕਰਨ? ਲੋਕਾਂ ਦੇ ਵਿੱਚ ਵਿਚਰਦੇ ਹਾਂ ਔਰ ਲੋਕਾਂ ਦੇ ਵਿੱਚ ਰਹੀ ਹਾਂ ਇੰਨੇ ਸਾਲ, ਔਰ ਲੋਕਾਂ ਦੀ ਰਗ ਰਗ ਤੋਂ ਵਾਕਿਫ ਹੈ। ਔਰ ਜਿਹਦੇ ਵਿੱਚ ਮੈਂ ਸਭ ਤੋਂ ਵੱਡੀ ਸਮੱਸਿਆ ਜਿਹੜੀ ਬਠਿੰਡੇ ਦੇ ਅੰਦਰ ਦਿਖੀ ਹੈ
ਪਾਣੀ ਦੀ ਸਮੱਸਿਆ, ਜਿਹੜੀਆਂ ਮਾਰਕੀਟ ਦੁਕਾਨਾਂ, ਵਪਾਰ ਸਾਰਾ ਅਸਤ ਵਿਅਸਤ ਹੋ ਜਾਂਦਾ ਜਦੋਂ ਬਰਸਾਤੀ ਦਿਨ ਹੁੰਦੇ ਆ। ਪਹਿਲੀ ਗੱਲ। ਦੂਸਰੀ ਗੱਲ, ਇੱਥੋਂ ਦੇ ਬੱਚਿਆਂ ਨੂੰ ਜਿਹੜੀ ਆ ਪ੍ਰੋਪਰ ਐਜੂਕੇਸ਼ਨ ਤੇ ਰੋਜ਼ਗਾਰ ਦੇ ਮੌਕੇ, ਦੋਨਾਂ ਤੋਂ ਬੱਚੇ ਬਹੁਤ ਦੂਰ ਬੈਠੇ ਆ। ਵਿਦਿਆਰਥੀ ਵਰਗ ਬਾਹਰ ਜਾਣ ਨੂੰ ਫਿਰਦਾ ਹੈ। ਇਹਦਾ ਮਤਲਬ ਇੱਥੇ ਰੋਜ਼ਗਾਰ ਦੀ ਬਹੁਤ ਲੋੜ ਹੈ। ਨਸ਼ੇ ਨੂੰ ਜਿਹੜਾ ਇੱਥੋਂ ਭਜਾਉਣ ਦੀ ਲੋੜ ਹੈ। ਹੁਣ ਤੁਸੀਂ ਦੇਖੋ BSF ਦਾ ਵੀ ਦਾਇਰਾ ਵਧਾਇਆ ਗਿਆ, ਉਹਦਾ ਵੀ ਸਾਨੂੰ ਫਾਇਦਾ ਹੋਇਆ ਕਿਉਂਕਿ ਅਸੀਂ ਕਾਫੀ ਜਿਹੜਾ ਹੈ ਪੰਜਾਬ ਨੂੰ ਦੱਬਣ ਨੂੰ ਫਿਰਦੇ, ਕੋਈ ਅਦਾਰਾ ਨਹੀਂ ਤਾਂ ਪੰਜਾਬ ਨੂੰ ਜਿਹੜਾ ਦੱਬਣ ਨੂੰ ਫਿਰਦੇ। ਕਿਉਂਕਿ ਜਿਹੜਾ ਪਰਸੋਂ ਜਦੋਂ ਪ੍ਰਧਾਨ ਮੰਤਰੀ ਆਏ ਸੀ ਤਾਂ ਇੱਕ ਜਾਣਬੁੱਝ ਸਟ੍ਰੈਟਜੀ ਕੀਤੀ ਗਈ ਸੀ ਕਿ ਜਿਹੜਾ ਪੰਜਾਬ ਨੂੰ ਹੋਰ BSF ਦਾ ਏਰੀਆ ਵਧਾਇਆ ਜਾਵੇ। ਨਹੀਂ, ਅਗਰ ਇਹ ਗੱਲ ਹੁੰਦੀ ਤਾਂ ਹੁਣ ਨੂੰ ਤਾਂ ਫਿਰ ਉਹਨਾਂ ਨੇ ਡਿਸੀਜਨ ਲੈ ਵੀ ਚੁੱਕਣਾ ਸੀ। ਤੁਸੀਂ ਕਹਿੰਦੇ ਵੀ ਤਾਂ ਆਏ ਸੀਗੇ, ਵਧਾਉਣਾ ਚਾਹੁੰਦੇ ਸੀਗੇ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਜਿਹੜਾ ਦਾਇਰਾ ਹੈ ਉਹ ਸਾਡੇ ਹੀ ਜਿਹੜੇ ਜਵਾਨ ਵੀ ਆ ਉਹ ਵੀ ਸਾਡੇ ਦੇਸ਼ ਦੇ ਹੀ ਆ। ਔਰ ਜ਼ਿਆਦਾਤਰ ਸਾਨੂੰ ਤਾਂ ਖੁਸ਼ੀ ਦੀ ਗੱਲ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਜਵਾਨ ਉਹ ਜ਼ਿਆਦਾ ਫੌਜ ਦੇ ਵਿੱਚ ਜਾਂਦੇ ਆ ਔਰ ਸਾਨੂੰ ਇਸ ਚੀਜ਼ ਦਾ ਫਖਰ ਵੀ ਹੈ। ਔਰ ਅਗਰ ਉਹ ਦਾਇਰਾ ਵਧਾਉਂਦੇ, ਉਹ ਸਾਡੇ ਹੀ ਬੱਚੇ ਆ, ਸਾਡੇ ਹੀ ਜਵਾਨ ਆ, ਸਾਡੀ ਹੀ ਸੁਰੱਖਿਆ ਕਰਨਗੇ। ਇਹ ਸੀ ਮੈਡਮ ਵੀਨੂ ਗੋਲ ਜੋ ਭਾਜਪਾ ਦੇ ਸੀਨੀਅਰ ਲੀਡਰ ਨੇ। ਤਮਾਮ ਮੁੱਦਿਆਂ ਤੇ ਗੱਲਬਾਤ ਕੀਤੀ। ਤੁਸੀਂ ਜੁੜੇ ਰਹੋ ਲੋਕ ਰਾਏ TV ਦੇ ਨਾਲ। ਮੈਂ ਹਾਂ ਪਰਮਿੰਦਰ ਸਿੰਘ, ਕੈਮਰਾਮੈਨ ਸੰਦੀਪ ਦੇ ਨਾਲ। ਧੰਨਵਾਦ।